ਉਦੋਂ ਤੱਕ ਕਾਨੂੰਨ ਹੋਲਡ ਰਹਿਣਗੇ, ਜਥੇਬੰਦੀਆਂ ਮੰਨਣਗੀਆਂ? ਨਹੀਂ ਜੀ, ਜਿੰਨਾ ਚਿਰ ਨਹੀਂ ਮੰਨਾਂਗੇ, ਕਿਉਂਕਿ ਜਿਹੜਾ ਜੇ ਰਿਕਵਰ ਹੋਣ ਦੀ ਦੁਬਾਰੇ ਗੁੰਜਾਇਸ਼ ਹੈਗੀ ਹੈ, ਉਹ ਤਾਂ ਕੋਮਾ 'ਚ ਕਿਸੇ ਚੀਜ਼ ਨੂੰ ਭੇਜਤਾ ਦੁਬਾਰੇ ਫਿਰ ਜਾਉਂਦਾ ਕਰ ਲਿਆ, ਉਹ ਇਹੋ ਜਿਹੀ ਅਸੀਂ ਗੇਮ ਦੇ ਵਿੱਚ ਨਹੀਂ ਪਾਵਾਂਗੇ ਜੀ। ਤਾਂ ਐਮਐਸਪੀ ਨੂੰ ਲੈ ਕੇ ਵੀ ਚਰਚਾ ਹੋਏਗੀ? ਹਾਂ, ਐਮਐਸਪੀ ਨੂੰ ਲੈ ਕੇ ਪਹਿਲਾਂ ਵੀ ਚਰਚਾ ਹੋਏਗੀ ਤੇ ਐਮਐਸਪੀ ਦਾ ਜਿੰਨਾ ਚਿਰ ਆਰਡੀਨੈਂਸ ਜਾਰੀ ਨਹੀਂ ਹੋ ਜਾਂਦਾ ਉਹਨਾਂ ਹੁਣ ਤਾਂ ਜਿਹੜੇ ਦੂਜੀਆਂ ਸਟੇਟਾਂ ਵਾਲੇ ਕਿਸਾਨ ਉਹ ਤਾਂ ਕਹਿੰਦੇ ਵੀ ਪੰਜਾਬ ਵਾਲਿਆਂ ਦਾ ਤਾਂ ਚੱਲ ਕਾਨੂੰਨ। ਡਾਕਟਰ ਅਜਨਾਲਾ ਜੀ, ਡਾਕਟਰ ਅਜਨਾਲਾ ਹੋਰੀ ਵੀ ਨੇ ਔਰ ਤੁਸੀਂ ਹੁਣ ਅੰਦਰ ਜਾ ਰਹੇ ਹੋ ਤਾਂ ਡਾਕਟਰ ਸਾਹਿਬ ਨਾਲ ਵੀ ਗੱਲ ਕਰਨੇ। ਅਜਨਾਲਾ ਸਾਹਿਬ, ਕਿੰਨੀਆਂ ਉਮੀਦਾਂ ਮੀਟਿੰਗ ਨੂੰ ਲੈ ਕੇ? ਸਾਨੂੰ ਤੇ ਅਸੀਂ ਤੇ ਚਾਹੁੰਦੇ ਆ ਵੀ ਸਾਡੀ ਅੱਜ ਉਮੀਦ ਪੂਰੀ ਹੋਏ, ਮੰਗ ਮੰਨੀ ਜਾਏ। ਵੈਸੇ ਠੀਕ ਰਹੇਗੀ ਮੀਟਿੰਗ। ਜਿਹੜੀ VOTING ਹੋਈ, VOTING ਕੱਲ 15-17 ਦੀ ਜਿਹੜੀ ਹੋਈ, नहीं ये तो खरा है, केडी चैनल ने पा दी, साडा यूनैनिमस डिसीजन डिस्कशन होती है, उसमें वोटिंग नहीं होती। ये तो ਅੱਜ ਦੀ ਮੀਟਿੰਗ 'ਚ ਐਮਐਸਪੀ ਨੂੰ ਲੈ ਕੇ ਚਰਚਾ ਹੋਏਗੀ ਕਿ ਕਿਹੜੇ ਮੁੱਦਿਆਂ ਤੇ ਚਰਚਾ? फर्स्ट ऑफ ऑल हमें कहेंगे कि जो पंजाबी च बोलो। हाँ, जो इन्होंने प्रपोजल दी सी सानू परसों दी सी 20 को कि ਉਹ ਪ੍ਰਪੋਜ਼ਲ ਨੂੰ ਅਸੀਂ ਨਹੀਂ ਮੰਨਿਆ, ਉਹ ਰਿਜੈਕਟ ਕਰਦੇ ਆ। ਸਰਕਾਰ ਅਗਰ ਕਹਿੰਦੀ ਕਿ ਕਾਨੂੰਨ ਉਦੋਂ ਤੱਕ ਰੋਕ ਲੱਗੀ ਰਹੇਗੀ ਜਦੋਂ ਤੱਕ ਕਮੇਟੀ ਫੈਸਲਾ ਨਹੀਂ ਦਿੰਦੀ, ਤਾਂ ਇਸ ਗੱਲ ਨੂੰ ਮਨਜ਼ੂਰ ਹੋਏਗਾ? ਨਹੀਂ, ਇਹ ਜਿਹੜਾ ਕਾਨੂੰਨਾਂ ਨੂੰ ਜਿਹੜਾ ਡੈਫਰ ਕਰਨਾ ਨਾ, ਜਾਂ ਤੇ ਡੈਫੀਨੇਟ ਕਰਨ ਵੀ ਇਹ ਕਾਨੂੰਨ ਗਏ, ਰਿਪੀਲ ਕਰ ਦੇਣ, ਰਿਪੀਲ ਤੋਂ ਭਜਦੇ ਆ। ਕਿੰਨੀਆਂ ਉਮੀਦਾਂ ਅੱਜ ਦੀ ਮੀਟਿੰਗ ਨੂੰ ਲੈ ਕੇ? ਵੀ ਮੈਂ ਤੇ ਪੂਰੀ ਉਮੀਦ ਰੱਖਦਾ, ਮੈਂ ਤੇ ਹੋਪਫੁਲ, ਜੀਵੇ ਆਸਾ ਤੇ ਮਰੇ ਨਿਰਾਸ਼ਾ, ਤੇ ਪੂਰੇ ਹੋਪਫੁਲ ਨੇ। ਤਾਂ ਡਾਕਟਰ ਅਜਨਾਲਾ ਹੋਰੀ ਕਹਿ ਰਹੇ ਪੂਰੀ ਉਮੀਦ ਹੈ। ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ, ਵਿਗਿਆਨ ਭਵਨ ਦੇ ਬਾਹਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਅੰਦਰ 32 ਤੋਂ 35 ਜਿਹੜੇ ਕਿਸਾਨ ਆਗੂ ਨੇ ਉਹ ਅੰਦਰ ਮੌਜੂਦ ਨੇ ਔਰ ਮੀਟਿੰਗ ਦੇ ਲਈ ਸੋਮ ਪ੍ਰਕਾਸ਼ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਪਹੁੰਚ ਚੁੱਕੇ ਨੇ। ਪਿਊਸ਼ ਗੋਇਲ ਵੀ ਔਨ ਦਾ ਵੇ ਨੇ, ਯਾਨੀ ਕਿ ਰਸਤੇ 'ਚ ਨੇ। ਅਗਲੇ 2-3 ਮਿੰਟਾਂ 'ਚ ਪਿਊਸ਼ ਗੋਇਲ ਹੋਰੀ ਵੀ ਪਹੁੰਚ ਰਹੇ ਆ ਔਰ ਮੀਟਿੰਗ 12 ਵਜੇ ਦਾ ਸਮਾਂ ਰੱਖਿਆ ਸੀ, ਲੇਕਿਨ 12:15 ਹੋ ਗਏ ਨੇ, ਯਾਨੀ ਕਿ ਮੀਟਿੰਗ ਆਪਣੇ ਸਮੇਂ ਤੋਂ ਲੇਟ ਹੈ। ਮੀਟਿੰਗ ਆਪਣੇ ਸਮੇਂ ਤੋਂ ਲੇਟ ਹੈ ਔਰ ਤਸਵੀਰਾਂ ਲਗਾਤਾਰ ਵਿਗਿਆਨ ਭਵਨ ਦੇ ਬਾਹਰ ਦੀਆਂ ਦਿਖਾ ਰਹੇ ਹਾਂ। ਹਲਚਲ ਵਧੀ ਹੋਈ ਹੈ ਔਰ ਸਭ ਤੋਂ ਪਹਿਲਾਂ ਅੱਜ ਦੀ ਮੀਟਿੰਗ ਦੇ ਵਿੱਚ ਦੁਲਦੂ ਸਿੰਘ ਦੀ ਕਾਰ ਦਾ ਮੁੱਦਾ ਚੁੱਕਿਆ ਜਾਏਗਾ। ਦੁਲਦੂ ਸਿੰਘ ਦੀ ਕਾਰ ਦਾ ਸ਼ੀਸ਼ਾ ਜੋ ਤੋੜਿਆ ਗਿਆ, ਉਹ ਮਸਲਾ ਚੁੱਕਿਆ ਜਾਏਗਾ। ਉਸ ਤੋਂ ਬਾਅਦ ਕਾਨੂੰਨ ਰੱਦ ਹੋਣ, ਇਹ ਗੱਲ ਕਹੀ ਜਾਏਗੀ ਔਰ ਇਹ ਸਾਫ਼ ਤੌਰ ਤੇ ਕਿਹਾ ਜਾਏਗਾ ਕਿ ਜੋ ਪ੍ਰਸਤਾਵ ਭੇਜਿਆ ਸੀਗਾ ਉਸ ਨੂੰ ਅਸੀਂ ਰੱਦ ਕਰ ਰਹੇ ਹਾਂ, ਉਸ ਨੂੰ ਰੱਦ ਕਰ ਰਹੇ ਹਾਂ। ਇਹ ਮਸਲਾ ਵੀ ਚੁੱਕਿਆ ਜਾਏਗਾ, ਸਰਕਾਰ ਨਵਾਂ ਪ੍ਰਪੋਜ਼ਲ ਦੇਵੇ ਔਰ ਜਥੇਬੰਦੀਆਂ ਦੇ ਲੀਡਰ ਕਹਿ ਰਹੇ ਨੇ ਕਿ ਕਾਨੂੰਨ ਰੱਦ ਹੋਣ, ਇਸ ਤੋਂ ਇਲਾਵਾ ਕੋਈ ਮਨਜ਼ੂਰ ਨਹੀਂ, ਤਾਂ ਰਿਜੈਕਟ ਕਰ ਦਿੱਤਾ ਗਿਆ। ਔਰ ਹੁਣ ਨਵੀਆਂ ਉਮੀਦਾਂ ਕੀ ਨੇ? ਨਵੀਆਂ ਹੋਰ ਪ੍ਰਪੋਜ਼ਲ ਦੇ ਲੈਣ, ਜਦ ਤੱਕ ਰਿਪੀਲ ਨਹੀਂ ਕਰਦੇ ਜਦ ਤੱਕ ਕੋਈ ਪ੍ਰਪੋਜ਼ਲ ਚੱਲਣੀ ਨਹੀਂ ਨਾ। ਇਹ ਸੰਯੁਕਤ ਮੋਰਚੇ ਦਾ ਫੈਸਲਾ ਹੋ ਚੁੱਕਿਆ ਵੀ ਜਦ ਤੱਕ ਰਿਪੀਲ ਨਹੀਂ ਹੁੰਦੇ, ਐਮਐਸਪੀ ਤੇ ਕਾਨੂੰਨ ਨਹੀਂ ਬਣਾਉਂਦੇ, ਜਦ ਤੱਕ ਅੰਦੋਲਨ ਜਿਉਂਦੇ ਤੋਂ ਚੱਲਦਾ ਰਹੂ। ਪਿਛਲੀ ਤੋਂ ਪਿਛਲੀ ਮੀਟਿੰਗ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਕਿਹਾ ਸੀ ਕਿ ਅਗਰ ਐਮਐਸਪੀ ਤੇ ਸਹਿਮਤੀ ਬਣ ਗਈ ਤਾਂ ਕੀ ਅੰਦੋਲਨ ਖਤਮ ਹੋਏਗਾ, ਤਾਂ ਇਸ ਤੇ ਜਥੇਬੰਦੀਆਂ ਕੀ ਸੋਚ ਰਹੀ ਹੈ? ਐਮਐਸਪੀ ਦੇ ਕਾਨੂੰਨ ਬਣਾਉਣ, ਸਹਿਮਤੀ ਬਣ ਜਾਊਗੀ, ਅੰਦੋਲਨ ਉਹਦੀ ਖਤਮ ਹੋਣਾ ਜਦੋਂ ਸਾਡੀਆਂ ਜਿਹੜੇ 230 ਪ੍ਰੋਗਰਾਮ ਦਿੱਤੇ ਹੋਏ ਆ ਪੂਰੇ ਹੋ ਜਾਣਗੇ। ਤੁਸੀਂ ਦੋਨੋਂ ਮੰਗਾ ਕਰ ਰਹੇ ਹੋ? ਬੋਕੇ ਦੋਨੇ ਮੰਗਾ, ਤਿੰਨੇ ਕਾਨੂੰਨ ਵਾਪਸ ਤੇ ਐਮਐਸਪੀ ਦੇ ਕਾਨੂੰਨ ਬਣੇ। ਦੁਲਦੂ ਸਿੰਘ ਹੋਰਾਂ ਦੀ ਕਾਰ ਦਾ ਸ਼ੀਸ਼ਾ ਤੋੜਿਆ ਗਿਆ, ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਉਹ ਮੁੱਦਾ ਵੀ ਮੀਟਿੰਗ ਦੇ ਅੰਦਰ ਚੁੱਕਿਆ ਜਾਏਗਾ? ਨਿੰਦਣਯੋਗ ਗੱਲ ਆ, ਜਿਹੜੀ ਪੁਲਿਸ ਦੀ ਗੋਡਾ ਕਰਦੀ ਹੈ ਉਹ ਸਾਹਮਣੇ ਆਈ ਹੈ। ਇਦਾਂ ਨਹੀਂ ਹੋਣਾ ਚਾਹੀਦਾ, ਪਹਿਲੀ ਗੱਲ ਚੱਕੀ ਜਾਊਗੀ। 26 ਤਰੀਕ ਨੂੰ ਲੈ ਕੇ ਕੀ ਰੂਪਰੇਖਾ? ਅਜੇ ਤੱਕ ਦਿੱਲੀ ਪੁਲਿਸ ਨੇ ਮਨਜ਼ੂਰੀ ਨਹੀਂ ਦਿੱਤੀ ਹੈ। ਅੱਜ ਸ਼ਾਮ ਨੂੰ ਮੀਟਿੰਗ ਆ ਪੁਲਿਸ ਨਾਲ, ਬਹੁਤ ਵੱਡੇ ਲੈਵਲ ਦੇ ਉੱਤੇ ਅਸੀਂ ਪ੍ਰੋਗਰਾਮ ਆ। ਇਹ ਜਿਹੜਾ ਪ੍ਰੋਗਰਾਮ ਹੋਣਾ, ਇਹਨੇ ਇੰਡੀਆ ਤੇ ਭਾਰਤ ਦਾ ਡਿਫਰੈਂਸ ਦਿਖਾਉਣਾ। ਅਸੀਂ ਆਪ ਝਾਕੀਆਂ ਜਿਹੜੀਆਂ ਭਾਰਤ ਦੀਆਂ ਦਿਖਾਉਣੀਆਂ ਇੰਡੀਆ ਨੂੰ ਵੀ, ਭਾਈ ਆਹ ਸਥਿਤੀ ਆ ਭਾਰਤ ਦੀ। ਪਿੰਡਾਂ ਔਰ ਸ਼ਹਿਰਾਂ ਦਾ ਤਸਵੀਰ, ਜਿਵੇਂ ਇੰਡੀਆ ਕਿਹਾ ਜਾਂਦਾ, ਭਾਰਤ ਕਿਹਾ ਜਾਂਦਾ, ਤੁਸੀਂ ਕਹਿ ਰਹੇ ਹੋ ਸਾਡਾ ਭਾਰਤ ਹੈ, ਇੰਡੀਆ ਦੀਆਂ ਤਸਵੀਰਾਂ ਗਣਤੰਤਰ ਤੇ ਇੰਡੀਆ ਨੂੰ ਦਿਖਾਉਣੀਆਂ ਨੇ, ਭਾਰਤ ਦੀਆਂ ਤਸਵੀਰਾਂ ਵੀ ਸਾਡੀ ਸਥਿਤੀ ਕੀ ਆ, ਕਿਉਂ ਅਸੀਂ ਸੜਕਾਂ ਦੇ ਉੱਤੇ ਬੈਠੇ ਆ। ਅਸੀਂ ਸ਼ਾਂਤਮਈ ਪਰੇਡ ਕਰਨੀ ਆ। ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਸਾਡੀ ਪਰੇਡ ਆ ਕੇ ਦੇਖਣ, ਪੂਰੀ ਸ਼ਾਂਤਮਈ ਹੋਊਗੀ। ਕਿੰਨੇ ਕੁ ਟਰੈਕਟਰ ਜਿਹੜੇ ਨੇ ਉਹ ਆ ਰਹੇ ਨੇ ਔਰ ਕਿੰਨਾ ਕੁ ਲੰਬਾ ਕਾਫਿਲਾ ਜਿਹੜਾ ਵਾ ਉਹ ਰਹਿਣ ਵਾਲਾ? ਗਿਣਤੀ ਨਹੀਂ ਹੋਣੀ ਸਰਕਾਰ ਤੋਂ, ਸਾਡੇ ਤੋਂ ਤਾਂ ਕੀ ਹੋ ਜੂ। ਸੀਆਈਡੀ ਬੁਲਾ ਲੈਣਾ ਆਪਦੀ, ਇਹਨਾਂ ਤੋਂ ਅੱਜ ਤੱਕ ਗਿਣਤੀ ਨਹੀਂ ਹੋਈ ਕਿੰਨੀ ਹੈਗੇ। ਦਿੱਲੀ ਪੁਲਿਸ ਮਨਜ਼ੂਰੀ ਨਹੀਂ ਦਿੰਦੀ, ਉਸ ਤੋਂ ਬਾਅਦ ਵੀ ਪਰੇਡ ਹੋਊਗੀ। ਦਿੱਲੀ ਪੁਲਿਸ ਨੂੰ ਮਨਜ਼ੂਰੀ ਦੇਣੀ ਪਊਗੀ। ਸਾਡਾ ਫੰਡਾਮੈਂਟਲ ਰਾਈਟਸ ਆ, ਰੋਡ ਦੇ ਉੱਤੇ ਉਤਰਨਾ, ਸ਼ਾਂਤਮਈ ਅੰਦੋਲਨ ਕਰਨਾ ਸਾਡਾ ਰਾਈਟ ਆ। ਜਦੋਂ ਅਸੀਂ ਦੱਸ ਕੇ ਕਰ ਰਹੇ ਹਾਂ, ਫਿਰ ਕਿਉਂ ਨਹੀਂ ਦੇ ਰਹੇ? ਇਹ ਧੱਕਾ ਪੁਲਿਸ ਦਾ ਸਿਆਹ ਨਹੀਂ ਜਾਊਗਾ। ਅਹਿਮ ਸਵਾਲ ਕਿ ਮੀਟਿੰਗ ਦੀ ਸ਼ੁਰੂਆਤ ਕਿੱਥੋਂ ਹੋਏਗੀ? ਕਿਹੜੇ ਦੋ ਗੱਲਾਂ ਜਿਹੜੀਆਂ ਮੀਟਿੰਗ 'ਚ ਸ਼ੁਰੂਆਤ 'ਚ ਸਰਕਾਰ ਸਾਹਮਣੇ ਰੱਖੀਆਂ ਜਾਣਗੀਆਂ? ਪਹਿਲਾਂ ਤਾਂ ਜਿਹੜਾ ਦੁਲਦੂ ਜੀ ਦਾ ਸ਼ੀਸ਼ਾ ਟੁੱਟਿਆ ਇਹ ਰੱਖਾਂਗੇ, ਦੁਲਦੂ ਸਿੰਘ ਦਾ ਬਿਲਕੁਲ, ਵੀ ਇਹ ਕਿਉਂ ਸ਼ੀਸ਼ਾ ਟੁੱਟਿਆ। ਫਿਰ ਐਨਆਈ ਦੀ ਜਿਹੜੀ ਰਿਪੋਰਟ ਆ, 10 ਤੋਂ ਉੱਪਰ ਪਰਚੇ ਕੀਤੇ ਆ, ਉਹ ਰੱਖਾਂਗੇ ਵੀ ਕੀ ਰਿਪੋਰਟ ਲੈ ਕੇ ਆਏ ਆ। ਤੋਮਰ ਜੀ ਉਹਨਾਂ ਨੂੰ ਪਿਛਲੀ ਵਾਰ ਕਿਹਾ ਗਿਆ, ਪਿਛਲੀ ਵਾਰ ਵੀ ਮੀਟਿੰਗ 'ਚ ਕਿਹਾ ਗਿਆ ਸਾਡੇ ਨਾਲ ਧੱਕਾ ਕਰ ਰਹੇ ਆ ਸਰਕਾਰ ਦੀ। ਫਿਰ ਉਸ ਤੋਂ ਬਾਅਦ ਜਿਹੜੇ ਆਹ ਪ੍ਰਪੋਜ਼ਲ ਆਈ ਹੈ ਠਕਰਾਈ ਦਾ ਰੱਖਿਆ ਜਾਊਗਾ, ਫਿਰ ਐਮਐਸਪੀ ਦੇ ਉੱਤੇ ਗੱਲ ਕੀਤੀ ਜਾਊਗੀ। ਤਾਂ ਹਰਮੀਤ ਸਿੰਘ ਕਾਦੀਆਂ ਹੋਰੀ ਨਿਊਜ਼ 18 ਤੇ ਜੁੜੇ ਔਰ ਇਸ ਵੇਲੇ ਮੀਟਿੰਗ ਦੇ ਲਈ ਅੰਦਰ ਜਾ ਰਹੇ ਨੇ। ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਵਿਗਿਆਨ ਭਵਨ ਦੇ ਬਾਹਰ
ਅਜੇ ਕਿਸਾਨ ਲੀਡਰ ਜਿਹੜੇ ਨੇ ਐਂਟਰ ਹੋ ਰਹੇ ਨੇ। ਮੀਟਿੰਗ ਤੋਂ ਪਹਿਲਾਂ ਨਿਊਜ਼ 18 ਤੇ ਜੁੜੇ ਨੇ, ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਕਿ ਇਸ ਵੇਲੇ ਮੀਟਿੰਗ ਕੁਝ ਹੀ ਮਿੰਟਾਂ 'ਚ ਸ਼ੁਰੂ ਹੋਏਗੀ। ਖੇਤੀਬਾੜੀ ਮੰਤਰੀ ਜਿਹੜੇ ਨੇ ਉਹ ਮੀਟਿੰਗ ਦੇ ਲਈ ਪਹੁੰਚ ਚੁੱਕੇ ਨੇ, ਸੋਮ ਪ੍ਰਕਾਸ਼ ਹੋਰੀ ਪਹੁੰਚ ਚੁੱਕੇ ਨੇ ਔਰ ਪਿਊਸ਼ ਗੋਇਲ ਵੀ ਮੀਟਿੰਗ ਦੇ ਲਈ ਪਹੁੰਚ ਚੁੱਕੇ ਨੇ। ਔਰ ਬਕਾਇਦਾ ਤੌਰ ਤੇ ਅਸੀਂ ਦੇਖ ਰਹੇ ਹਾਂ ਕਿ 12:17 ਹੋ ਗਏ ਨੇ, ਲੇਕਿਨ ਅਜੇ ਕੁਝ ਕਿਸਾਨ ਆਗੂ ਜਿਹੜੇ ਨੇ ਉਹ ਇੱਥੇ ਹੀ ਮੌਜੂਦ ਨੇ, ਇੱਥੇ ਮੀਡੀਆ ਨਾਲ ਮੁਖਾਤਿਬ ਹੋ ਰਹੇ ਨੇ ਔਰ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਕਿ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਜੋ ਹਲਚਲ ਵਿਗਿਆਨ ਭਵਨ ਦੇ ਬਾਹਰ ਵਧੀ ਹੋਈ ਹੈ। बिल्कुल पंकज, हलचल वधी हुई है पर मंत्री पहुंच गए ने सारे, पर किसान आगू अज बाहर नजर आ रहे हैं, जबकि अक्सर हुंदा है कि किसान आगू सब तो पहला जाके पहुंच जाते हैं तो उस तो बाद मंत्रियों का इंतजार किया जा रहा है जाता है। तो दस दईए कि पीयूष गोयल भी पहुंच चुके हैं, जिवें पंकज ने जानकारी दी है। खेतीबाड़ी मंत्री नरेंद्र तोमर पहला ही पहुंच गए सी। इस तो इलावा जो केंद्रीय राज मंत्री सोम प्रकाश ने MOS ने वो भी पहुंचे हुए ने पहला। तो किस तरीके दे नाल ਗੱਲਾਂ ਰੱਖੀਆਂ ਜਾਣਗੀਆਂ। ਹਰਮੀਤ ਕਾਦੀਆ ਨੇ ਵੀ ਦੱਸਿਆ ਕਿ NIA ਦਾ ਮੁੱਦਾ ਵੀ ਚੁੱਕਿਆ ਜਾਵੇਗਾ ਕਿ ਜੋ ਪਿਛਲੀ ਵਾਰ ਤੁਹਾਨੂੰ ਦੱਸਿਆ ਸੀ, ਤੁਸੀਂ ਕਿਹਾ ਸੀ ਕੇਸ ਵਾਪਸ ਲੈ ਜਾਣਗੇ, ਉਸ ਤੇ ਕੀ ਕੰਮ ਸਰਕਾਰ ਨੇ ਕੀਤਾ ਹੈ। ਜੋ ਰੁਲਦੂ ਸਿੰਘ ਦੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਹੈ ਉਹ ਮੁੱਦਾ ਵੀ ਚੱਕਿਆ ਜਾਵੇਗਾ। ਬੇਸ਼ੱਕ ਰੁਲਦੂ ਸਿੰਘ ਖੁਦ ਕਹਿ ਰਹੇ ਸੀ ਕਿ ਪਹਿਲਾਂ ਵੱਡੇ ਮੁੱਦੇ ਚੱਕੇ ਜਾਣਗੇ, ਉਹ ਛੋਟਾ ਮੁੱਦਾ ਹੈ ਤੇ ਇਸ ਲਈ ਉਹ ਸਰਕਾਰ ਸਾਹਮਣੇ ਨਹੀਂ। ਵਾਰ-ਵਾਰ ਗੱਡੀਆਂ ਰੋਕੀਆਂ ਜਾਂਦੀਆਂ ਨੇ ਜਦੋਂ ਕਿਸਾਨ ਆਗੂ ਇੱਥੇ ਆਉਂਦੇ ਨੇ। ਅੱਜ ਵੀ ਰੁਲਦੂ ਸਿੰਘ ਮਾਨਸਾ ਦੀ ਗੱਡੀ ਰੋਕੀ ਗਈ ਸੀ, ਉਸ ਤੋਂ ਬਾਅਦ ਸ਼ੀਸ਼ਾ ਟੁੱਟਿਆ ਜੀ। ਨਹੀਂ ਉਹਦਾ ਮੈਨੂੰ ਘਟਨਾ ਦਾ ਨਹੀਂ ਪਤਾ, ਪਰ ਚਲੋ ਰੋਕਣਾ ਦੀ ਚੈਕਿੰਗ ਵਾਸਤੇ ਹੁੰਦਾ, ਰੁਕ ਵੀ ਜਾਏ ਚੈਕਿੰਗ ਕਰਾ। ਉਹ ਬਹੁਤ ਗਲਤ ਹੈ। ਇਸ ਤਰ੍ਹਾਂ ਕਿਸੇ ਦੀ ਗ੍ਰਿਫਤਾਰੀ ਕਰਨਾ, ਕਿ ਜਿਹੜਾ ਸਮਾਜ ਸੇਵੀ ਲੋਕ ਨੇ ਉਹਨਾਂ ਦੀ ਗ੍ਰਿਫਤਾਰੀ ਕਰਨਾ, ਇਹ ਪਰੇਸ਼ਾਨ ਕਰਨਾ ਹੈ ਤੇ ਇਸ ਦੀ ਅਸੀਂ ਬੜੀ ਨਿਖੇਧੀ ਕਰਦੇ ਹਾਂ। ਯਾਨੀ ਕਿ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੀ, ਬਿਲਕੁਲ ਕੀਤੀ ਜਾਏਗੀ। ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਜੀ। ਜੀ, ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਕਈਆਂ ਨੂੰ NIA ਦੇ ਨੋਟਿਸ ਆ ਰਹੇ ਨੇ, ਕਈਆਂ ਨੂੰ ਜਿਹੜਾ ਹੈ ਉਹ ਇਨਕਮ ਟੈਕਸ ਵਾਲਿਆਂ ਦੀ ਰੇਡਾਂ ਕਰ ਰਹੇ ਨੇ, ਕਈਆਂ ਨੂੰ ਗ੍ਰਿਫਤਾਰ ਕਰਨ ਨੂੰ ਗਲਤ ਹੈ। ਤੇ ਬਾਕੀ ਇਹ ਜਿਹੜਾ ਵੀ ਸਾਡੇ ਤੇ ਅਤਿਆਚਾਰ ਕਰਨਗੇ, ਜ਼ੁਲਮ ਕਰ ਗਿਆ, ਜੋ ਇਸ ਤਰ੍ਹਾਂ ਦੇ ਘਟਨਾਵਾਂ ਕਰਦੀਆਂ ਨੇ, ਉਹ ਸਰਕਾਰ ਦੇ ਹਮੇਸ਼ਾ ਖਿਲਾਫ ਜਾਂਦੀਆਂ ਨੇ। ਕਦੇ ਇਹਨਾਂ ਦੇ ਫੈਸਲੇ ਤਰੀਕ ਦੀ ਉਮੀਦ ਹੈ ਨਹੀਂ, ਫੈਸਲਾ ਫਾਈਨਲ ਤੇ ਨਹੀਂ ਹੋ ਸਕਦਾ। ਤਾਰੀਖ ਕੀ ਆਊਗੀ ਅਗਲੀ 26 ਤੋਂ ਚੜੂਨੀ ਸਾਹਿਬ ਨਹੀਂ, 26 ਤੋਂ ਪਹਿਲਾਂ ਤੁਹਾਡੀ ਕੀ ਗੱਲ ਕਰਾਂਗੇ। ਚੜੂਨੀ ਸਾਹਿਬ, ਜੇਕਰ 26 ਤੋਂ ਪਹਿਲਾਂ ਕੋਈ ਤਰੀਕ ਦਿੱਤੀ ਜਾਂਦੀ ਆ ਤਾਂ ਤੁਸੀਂ ਐਕਸੈਪਟ ਕਰੋਗੇ? ਨਹੀਂ, ਮੌਤ ਕਰਨੀ ਤਾਂ ਸਲਾਹ ਪਏਗੀ, ਪਰ ਮੇਰਾ ਗੱਲ 26 ਤੋਂ ਪਹਿਲਾਂ ਤਾਂ ਹੁਣ ਕੀ ਗੱਲਬਾਤ ਹੋਏਗੀ। ਕੋਸ਼ਿਸ਼ ਹੋ ਸਕਦੀ ਹੈ ਸਰਕਾਰ ਦਾ 26 ਤਰੀਕ ਦਾ। ਨਹੀਂ, 26 ਦੇਖੋ, 26 ਦੀ ਅਸੀਂ ਤਿਆਰੀ ਵੀ ਕਰਨੀ ਹੈ, 26 ਦਾ ਅਸੀਂ ਕੰਟਰੋਲ ਵੀ ਕਰਨਾ ਹੈ। ਹੁਣ ਜੇ ਮੀਟਿੰਗਾਂ ਹੀ ਕਰੀ ਜਾਣਗੇ ਤੇ ਹੋਰ ਡਿਸਟਰਬ ਹੋ ਜਾਏਗੀ। ਕਿਉਂਕਿ ਸਰਕਾਰ ਦੀ ਕੋਸ਼ਿਸ਼ ਰਹਿ ਸਕਦੀ ਹੈ ਇਹ ਨਾ, ਦਿੱਲੀ ਪੁਲਿਸ ਤੇ ਇਜਾਜ਼ਤ ਨਹੀਂ ਦੇ ਰਹੀ ਹੈ ਤੁਹਾਨੂੰ। ਇਹ ਤਰ੍ਹਾਂ ਇਜਾਜ਼ਤ ਸਾਨੂੰ ਫालतू ਲੋੜ ਨਹੀਂ ਹੁੰਦੀ, ਸਰਾਫਤ ਨਾਲ ਇਜਾਜ਼ਤ ਦੇ ਦੇਣ ਤੇ ਠੀਕ ਹੈ, ਨਹੀਂ ਤੇ ਫਿਰ ਉਹੀ ਹੋਏਗੀ ਜਿਵੇਂ ਪਹਿਲਾਂ ਕਿਹੜਾ ਨਾ ਦਿੱਲੀ ਆਉਣ ਦੀ ਇਜਾਜ਼ਤ ਦਿੱਤੀ ਸੀ, ਫਿਰ ਕੀ ਹੋਇਆ ਉਹਦਾ। ਫਿਰ ਨਾਲੇ ਉਹ ਫਿਰ ਗੱਲ ਹੁੰਦੀ ਹੈ ਵੀ ਇਹਨਾਂ ਦੇ ਇਜਾਜ਼ਤ ਨਹੀਂ ਦਿੱਤੀ ਤੇ ਹੋਰ ਰੋਡ ਉਹਦੇ ਜੁੜ ਕੇ ਹੋਰ ਨੁਕਸਾਨ ਹੀ ਹੋਇਆ। ਉਹ ਨਹੀਂ ਫਿਰ ਹੋਰ ਚਾਰਾ ਕੀ ਸਾਡੇ ਕੋਲ। ਪ੍ਰਦਰਸ਼ਨ ਆਊਟਰ ਰਿੰਗ ਰੋਡ ਤੇ ਰਹੇਗਾ ਤੇ ਸ਼ਾਂਤੀਪੂਰਵਕ ਰਹੇਗਾ। ਇਹਨਾਂ ਦੀ ਜਿਹੜੀ ਪਰੇਡ ਹੈ ਸਰਕਾਰ ਦੀ, ਉਹ ਕੋਈ ਡਿਸਟਰਬ ਨਹੀਂ ਹੋਏਗੀ। ਤੇ ਅਸੀਂ ਆਪਣੇ ਬੰਦਿਆਂ ਨੂੰ ਕਹਿ ਰਹੇ ਹਾਂ, ਤੁਹਾਡੀ ਪ੍ਰੈਸ ਦੇ ਮਾਧਿਅਮ ਤੋਂ ਕਹਿਣਾ ਚਾਹੁੰਦੇ ਹਾਂ ਵੀ ਸਾਰਾ ਪ੍ਰੋਗਰਾਮ ਸ਼ਾਂਤੀਪੂਰਵਕ ਰੱਖਣਾ ਹੈ। ਕਿਸੇ ਨੇ ਕੋਈ ਆਪਣਾ ਡੰਡਾ ਸੋਟਾ ਜੇਲੀ ਉਹ ਨਾਲ ਲੈ ਕੇ ਨਹੀਂ ਆਉਣੀ। ਸਾਡਾ ਲਾਈਨਾਂ 'ਚ ਚੱਲਣਾ ਹੈ। ਕਿਸੇ ਨੇ ਜਿਹੜਾ ਉਹਨਾਂ ਨੂੰ ਆਦੇਸ਼ ਹੋਏਗਾ ਉੱਥੇ ਤੱਕ ਹੀ ਜਾਣਾ, ਉਸੇ ਰੋਡ ਤੇ ਜਾਣਾ। ਉਸ ਤੋਂ ਇਲਾਵਾ ਕਿਸੇ ਰੋਡ ਤੇ ਨਹੀਂ ਜਾਣਾ। ਕਿਸੇ ਨਾਲ ਝਗੜਾ ਨਹੀਂ ਕਰਨਾ, ਕਿਸੇ ਨੂੰ ਵੱਟਾ ਨਹੀਂ ਮਾਰਨਾ, ਕੋਈ ਅੱਗ 'ਚ ਨਹੀਂ, ਕੋਈ ਤੋੜ-ਫੋੜ ਨਹੀਂ ਕਰਨੀ। ਇਹ ਤੁਹਾਡੇ ਮਾਧਿਅਮ ਤੋਂ ਅਸੀਂ ਸਾਰੀ ਜਨਤਾ ਨੂੰ ਅਸੀਂ ਇਹ ਬੇਨਤੀ ਕਰ ਰਹੇ ਹਾਂ। ਟਰਾਲੀ ਨੂੰ ਅੱਗ ਲਗਾਈ ਗਈ ਹੈ ਤੇ ਕੋਈ ਸ਼ਰਾਰਤੀ ਅਨਸਰ ਵੀ ਫੜੇ ਗਏ ਨੇ। ਕੀ ਲੱਗਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ? 26 ਕੋਈ ਨਹੀਂ, ਇਹ ਸ਼ਰਾਰਤੀ ਅਨਸਰ ਤੇ ਸਾਡੇ ਵਿੱਚ ਆਉਂਦੇ ਨੇ ਤੇ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ, ਪਰ ਕੋਈ ਗੱਲ ਨਹੀਂ, ਰੱਬ ਵੀ ਰਾਖੀ ਕਰਦਾ। ਅਸੀਂ 26 ਨੂੰ ਅਜਿਹੇ ਹਾਲਾਤ ਪੈਦਾ ਕੀਤੇ ਜਾ ਸਕਦੇ ਨੇ। ਪੰਜਾਬ ਤੋਂ ਜਿਹੜੇ ਟਰੈਕਟਰ ਟਰਾਲੀਆਂ ਆਉਂਦੀਆਂ ਦੇਖੋ, ਸਰਕਾਰ ਵੱਲੋਂ ਤਾਂ ਕੋਈ ਕਰੇ ਤੇ ਠੀਕ, ਵੱਖਰੀ ਗੱਲ ਹੈ, ਜਾਂ ਕੋਈ ਸ਼ਰਾਰਤੀ ਵਿੱਚ ਆ ਕੇ ਕਰਦੇ, ਪਰ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦਾ। ਜੇਕਰ ਰੋਕਿਆ ਜਾਂਦਾ ਤੁਹਾਨੂੰ, ਜੇਕਰ ਰੋਕਿਆ ਜਾਂਦਾ ਤਾਂ ਤੁਸੀਂ, ਜੇ ਬੈਰੀਕੇਡਿੰਗ ਲਗਾ ਕੇ ਰੋਕਿਆ ਜਾਂਦਾ ਤਾਂ ਤੁਸੀਂ ਕੀ ਕਰੋਗੇ? ਫਿਰ ਅਸੀਂ ਉਹੀ ਕਰਾਂਗੇ ਜਿਹੜਾ ਅਸੀਂ ਪਿੱਛੇ ਕੀਤਾ ਸੀ। ਫਿਰ ਉਸ ਲਈ ਤਿਆਰੀਆਂ ਕੀਤੀਆਂ ਹੋਈਆਂ ਤੁਸੀਂ? ਜੇ ਧੱਕੇ ਨਾਲ ਰੋਕਣਗੇ ਫਿਰ ਅਸੀਂ ਧੱਕੇ ਨਾਲ ਆਵਾਂਗੇ। ਫਿਰ ਤਿਆਰੀ ਦੇ ਹੈ। ਵੱਡੇ ਵੀਰ ਨਾਲ ਇਸ ਵਾਰ ਵੀ ਛੋਟਾ ਵੀਰ ਖੜਾ ਹੋਊਗਾ? ਨਹੀਂ, ਛੋਟਾ ਵੀਰ ਅੱਗੇ ਹੋਏਗਾ। ਛੋਟਾ ਵੀਰ ਇਸ ਵਾਰ ਰੋਲ ਨਿਭਾਓਗੇ ਅੱਗੇ ਵਾਂਗ? ਅੱਗੇ ਹੋਏਗਾ। ਤੁਸੀਂ ਲੱਗ ਤੋਂ ਫਰੰਟ ਬਣਾਇਆ, ਉਹਦੇ ਬਾਰੇ ਵੀ ਥੋੜੀ ਜਾਣਕਾਰੀ ਸਾਂਝੀ ਕਰ ਦਿਓ। ਜਿਹੜਾ ਹਰਿਆਣੇ ਦਾ ਲੱਗ ਤੋਂ ਫਰੰਟ ਬਣਿਆ ਹੈਗਾ, ਉਸ ਦੇ ਚਰਚਾਵਾਂ ਚੱਲ ਰਹੀਆਂ ਹੈਗੀਆਂ, ਉਸ ਦੀ ਓਹੋ,
ਉਹ ਕੋਈ ਗਲਤਫਹਿਮੀ ਪੈ ਗਈ, ਅਲੱਗ ਤੋਂ ਫਰੰਟ ਨਹੀਂ ਬਣਿਆ ਭਰਾ ਜੀ। ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਕਾਫੀ ਇਹ ਗੱਲ ਜੀ। ਓਏ ਹੋ ਕਲੀਅਰ ਕਰ ਦਿਓ ਜੀ, ਸਥਿਤੀ ਕਲੀਅਰ ਕਰ ਦਿਓ ਸਾਰੀ ਸਾਰੀ। ਸੁਣੋ ਉਹ ਗਲਤਫਹਿਮੀ ਉਹ ਹਰਿਆਣੇ ਦੇ ਜਿਹੜੇ ਸੰਗਠਨ ਨੇ ਨਾ, ਜਿਸ ਤਰ੍ਹਾਂ ਪੰਜਾਬ ਦੇ 32 ਸੰਗਠਨ ਇੱਕ ਮੰਚ ਤੇ ਨੇ ਨਾ, ਉਸੇ ਤਰ੍ਹਾਂ ਹਰਿਆਣੇ ਦੇ ਇਹ ਸੰਗਠਨ ਇੱਕ ਮੰਚ ਤੋਂ ਕੰਮ ਕਰਨਗੇ। ਇਹ ਹੈ, ਅਲੱਗ ਤੋਂ ਨਹੀਂ ਬਣਿਆ। ਇਹ ਕਿਹਨੇ ਗਲਤਫਹਿਮੀ ਪਾਤੀ? ਉਹ ਕੋਈ ਗਲਤਫਹਿਮੀ ਨਹੀਂ। ਜਿਹੜੇ ਹਰਿਆਣੇ ਦੇ ਸੰਗਠਨ ਨੇ ਉਹ ਇੱਕ ਮੰਚ ਤੇ ਕੰਮ ਕਰਨਗੇ, ਜਿਸ ਤਰ੍ਹਾਂ ਪੰਜਾਬ ਵਾਲੇ ਕਰ ਰਹੇ ਹੈ। ਇਹ ਹੈ, ਇਹ ਨਹੀਂ ਕਿ ਵੀ ਉਹ ਅਲੱਗ ਕੋਈ ਇਸ ਅੰਦੋਲਨ ਦਾ ਕੋਈ ਅਲੱਗ ਹਿੱਸਾ ਨੇ। ਉਹ ਨਹੀਂ, ਕੋਈ ਗਲਤਫਹਿਮੀ ਚ ਨਾ ਰਹੇ। ਸਾਹਿਬ ਅੱਜ ਕੱਲ ਤੁਹਾਡੇ ਵੱਲੋਂ ਪੁੱਟਿਆ ਹਰ ਇੱਕ ਕਦਮ ਹੀ ਬਹੁਤ ਜ਼ਿਆਦਾ ਵਾਇਰਲ ਕਰ ਦਿੱਤਾ ਜਾਂਦਾ, ਉਸ ਨੂੰ ਸੋਸ਼ਲ ਮੀਡੀਆ ਉੱਤੇ ਦੂਸਰੇ ਤਰੀਕੇ ਦਾ ਪ੍ਰਚਾਰ ਜਿਹੜਾ ਹੈਗਾ ਬਣਾ ਕੇ ਖੜਾ ਕਰ ਦਿੱਤਾ ਜਾਂਦਾ। ਕੀ ਲੱਗਦਾ ਕਿ ਸਿਰਫ ਤੁਹਾਡਾ ਹੀ ਉਹ ਪੁੱਟਿਆ ਕਦਮ ਕਿਉਂ ਚੁੱਕਿਆ ਜਾ ਰਿਹਾ ਬਾਰ-ਬਾਰ ਮੀਡੀਆ 'ਚ? ਇਹ ਤੇ ਪਤਾ ਨਹੀਂ ਹੁਣ ਕੀ ਹੈ ਕੀ ਨਹੀਂ, ਜੇ ਤੇ ਰੱਬ ਜਾਣੇ। ਆਪਾਂ ਤੇ ਆਪਣੇ ਵੱਲੋਂ ਚੰਗਾ ਹੀ ਪੁੱਟਦੇ ਆ, ਪਰ ਕੋਈ ਉਹਨੂੰ ਕੋਈ ਗਲਤ ਵੀ ਉਹਨੂੰ ਸਮਝ ਲੈਂਦਾ, ਕੋਈ ਠੀਕ ਵੀ ਉਹਨੂੰ ਸਮਝ ਲੈਂਦਾ। ਸੌਟ ਆਊਟ ਹੋ ਗਿਆ ਮਸਲਾ ਤੁਹਾਡਾ? ਉਹ ਯਾਰ ਸ਼ਿਵ ਕੁਮਾਰ ਕੱਕਰ ਕਿਉਂਕਿ ਉਧਰੋਂ ਵੀ ਬੜੇ ਬਿਆਨ ਆ ਰਹੇ ਨੇ, ਬੜੇ ਤਿੱਖੇ ਬਿਆਨ ਆ ਰਹੇ ਨੇ, ਤੇ ਤੁਹਾਡੇ ਵੱਲੋਂ ਵੀ। ਤੁਸੀਂ ਪਤਾ ਕੀ ਹੈ, ਤੁਸੀਂ ਉਸ ਤੋਂ ਪੁੱਛੋਗੇ, ਫਿਰ ਮੇਰੇ ਤੋਂ ਪੁੱਛੋਗੇ, ਫਿਰ ਉਸ ਤੋਂ ਪੁੱਛੋਗੇ। ਅੱਧੀ ਲੜਾਈ ਤਾਂ ਤੁਸੀਂ ਕਰਾ ਦਿਓ ਯਾਰ ਸਾਡੀ। ਅਸੀਂ ਤੁਹਾਡੀ ਇਹੀ ਪੁੱਛਿਆ ਕਿ ਸੌਟ ਆਊਟ ਹੋ ਗਿਆ ਕਿ ਨਹੀਂ ਹੋਇਆ? ਕਿਉਂਕਿ ਅਸੀਂ ਅੱਜ ਪਹੁੰਚਾਉਣਾ ਚਾਹੁੰਦੇ ਹਾਂ ਕਿ ਇਹ ਮਸਲਾ ਹੱਲ ਹੋ ਗਿਆ। ਹਾਂਜੀ ਇਹ ਯਾਰ ਇਹ ਤਾਂ ਉਹਨੂੰ ਕੱਕਾ ਨੂੰ ਪੁੱਛੋ। ਤੁਹਾਡੇ ਵੱਲੋਂ ਓ ਯਾਰ ਹੋ ਗਿਆ ਜੀ ਮਸਲਾ। ਅਸੀਂ ਤਾਂ ਉਹਤੇ ਹਮਲਾ ਹੀ ਨਹੀਂ ਕੀਤਾ, ਅਸੀਂ ਤੇ ਉਸ ਤੇ ਹਮਲਾ ਹੀ ਨਹੀਂ ਕੀਤਾ। ਗੱਲ ਕੀਤੀ, ਅਸੀਂ ਤਾਂ ਉਹਦੀ ਗੱਲ ਦਾ ਜਵਾਬ ਦਿੱਤਾ, ਅਸੀਂ ਤਾਂ ਉਹਦੇ ਤੇ ਕੋਈ ਹਮਲਾ ਹੀ ਨਹੀਂ ਕੀਤਾ। ਉਹਨੇ ਹੀ ਸਾਡੇ ਤੇ ਕੀਤਾ। ਉਹਨੇ ਕਿਉਂ ਕੀਤਾ? ਉਹਨੇ ਪੁੱਛੋ ਯਾਰ। ਤੁਹਾਡੇ ਵੱਲੋਂ ਵੀ ਸ਼ਬਦੀ ਹਮਲਾ ਹੋਇਆ ਸੀ। ਉਹ ਯਾਰ ਸ਼ਬਦੀ ਹਮਲਾ ਤੇ ਮੈਂ ਤੇ ਜਵਾਬ ਦਿੱਤਾ ਸੀ, ਮੈਂ ਆਪਣੀ ਸੇਫਟੀ ਤੇ। ਯਾਰ ਦੂਜਾ ਮੈਨੂੰ ਡੰਡਾ ਕਾਨਫਰੰਸ ਦੇ ਵਿੱਚ ਕਿਹਾ ਮਤਲਬ ਉਹਨੂੰ ਬਰਖਾਸਤ ਦੂਜਾ ਕਿ ਨਹੀਂ ਪਈ ਇਹ ਦੱਸੋ। ਦੂਜਾ ਮੈਨੂੰ ਡੰਡਾ ਮਾਰੇਗਾ ਤੇ ਮੈਂ ਆਪਣਾ ਡੰਡਾ ਤੇ ਉਹਦਾ ਗੇੜਾਵਾਂਗਾ ਜੀ। ਹੁਣ ਜੱਫੀ ਪਈ ਦਿਮਾਗ ਵਿੱਚ ਕਿ ਨਹੀਂ ਪਈ? ਕਿਹੜੀ ਜੱਫੀਆਂ ਦੋ ਤਰ੍ਹਾਂ ਦੀ ਹੁੰਦੀਆਂ ਨੇ। ਨਹੀਂ ਇੱਕ ਜੱਫੀ ਹੁੰਦੀ ਹੈ ਕਿ ਜੱਫੀ ਸਹਿਮਤੀ ਵਾਲੀ ਜੱਫੀ ਦੀ ਗੱਲ ਕਰਦੇ ਜੀ। ਸਹਿਮਤੀ ਵਾਲੀ ਜੱਫੀ ਪੈ ਗਈ। ਉਹ ਸਾਡੀ ਲੜਾਈ ਕਿਹੜੀ ਸੀ ਯਾਰ? ਨਾਲੇ ਕਿੰਨੇ ਡਾਂਗ ਆਈ ਤੇ ਡਾਂਗ ਅੱਗੇ ਕੀਤੀ ਸੀ।